ਸਤਿ ਸ਼੍ਰੀ ਅਕਾਲ। ਇਹੀ ਸਿਆਸਤ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ। ਕਾਊਂਟਡਾਊਨ ਜਾਂ ਕਹਿ ਲਈਏ ਕਿ ਉਂਗਲਾਂ ਤੇ ਦਿਨ ਗਿਣਵੇਂ ਬਾਕੀ ਰਹਿ ਗਏ ਨੇ ਵਿਧਾਨ ਸਭਾ ਚੋਣਾਂ 2022 ਦੇ ਲਈ। ਸਿਆਸਤ ਹਰ ਦਿਨ ਦੇ ਨਾਲ ਭਖ ਰਹੀ ਹੈ। ਨੋਮੀਨੇਸ਼ਨਾਂ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਵੱਡੀ ਗੱਲ ਹੈ ਕਿ ਅੱਜ ਕੱਲ੍ਹ ਵੀ ਜਿਹੜੇ ਬਿਆਨ ਸਾਹਮਣੇ ਆ ਰਹੇ ਨੇ ਬਹੁਤ ਜ਼ਿਆਦਾ ਜਿਹੜਾ ਸਿਆਸੀ ਪਾਰਾ ਵਧਾ ਰਹੇ ਨੇ। ਹਾਲ ਹੀ ਦੇ ਵਿੱਚ ਸੁਨੀਲ ਜਾਖੜ ਹੋਰਾਂ ਦਾ ਇੱਕ ਬਿਆਨ ਜਿਹੜਾ ਕਾਫੀ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਜਦੋਂ ਤਖਤਾ ਪਲਟ ਹੋਇਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪਾਸੇ ਕਰਕੇ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਗਾਇਆ ਗਿਆ ਤਾਂ ਜਿਹੜੀ ਅੰਦਰ ਜਿਹੜੀ ਵਿਦਨ ਪਾਰਟੀ ਜੋ ਚੀਜ਼ਾਂ ਹੋਈਆਂ ਨੇ, ਕਿਹਨੂੰ ਕਿੰਨੀਆਂ ਵੋਟਾਂ ਪਈਆਂ ਨੇ, ਤਾਂ ਉਹ ਚੀਜ਼ ਉਹਨਾਂ ਨੇ ਬਿਆਨ ਕੀਤੀ ਹੈ, ਜਿਸ ਵਿੱਚ ਜ਼ਿਕਰ ਕੀਤਾ ਗਿਆ ਕਿ ਸਭ ਤੋਂ ਵੱਧ ਵੋਟਾਂ ਸੁਨੀਲ ਜਾਖੜ ਨੂੰ ਪਈਆਂ ਨੇ ਔਰ ਸਭ ਤੋਂ ਘੱਟ 2 ਵੋਟਾਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਪਈਆਂ ਨੇ। ਕੀ ਕੁਝ ਪੱਖ ਨੇ, ਅੰਦਰ ਦੀਆਂ ਕਿਹੜੀਆਂ ਗੱਲਾਂ ਨੇ, ਕੀ ਕੁਝ ਚੱਲ ਰਿਹਾ, ਇਸੇ ਮਤਲਬ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਾ ਦਈਏ। ਸਾਡੇ ਨਾਲ ਪ੍ਰਿਤਪਾਲ ਸਿੰਘ ਬਲੀਏਵਾਲ ਨੇ, ਬੁਲਾਰੇ ਨੇ ਪੰਜਾਬ ਲੋਕ ਕਾਂਗਰਸ ਦੇ। ਐਡਵੋਕੇਟ ਸੁਰਜੀਤ ਸਿੰਘ ਨੇ ਸਾਡੇ ਨਾਲ, ਸਪੋਕਸਪਰਸਨ ਨੇ ਪੰਜਾਬ ਕਾਂਗਰਸ ਦੇ। ਪ੍ਰਭਜੋਤ ਸਿੰਘ ਧਾਲੀਵਾਲ ਨੇ, ਪ੍ਰਧਾਨ ਨੇ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ ਤੋਂ। ਤੇ ਐਡਵੋਕੇਟ ਪਰਮਵੀਰ ਸਿੰਘ ਨੇ ਸਾਡੇ ਨਾਲ, ਨੌਜਵਾਨ ਆਗੂ ਨੇ ਆਮ ਆਦਮੀ ਪਾਰਟੀ ਦੇ। ਸਵਾਗਤ ਹੈ ਜੀ ਸਾਰਿਆਂ ਦਾ। ਬਲੀਵਾਲ ਸਾਹਿਬ, ਤੁਹਾਡੇ ਤੋਂ ਪਹਿਲਾਂ ਕਮੈਂਟ ਲੈਣੇ ਆ ਕਿਉਂਕਿ ਜਦੋਂ ਇਹ ਸਭ ਕੁਝ ਹੋਇਆ ਉਦੋਂ ਤੁਸੀਂ ਵੀ ਕਾਂਗਰਸ ਦਾ ਹੀ ਹਿੱਸਾ ਸੀ। ਚੱਲ ਕੀ ਕੁਝ ਰਿਹਾ ਕਾਂਗਰਸ 'ਚ, ਔਰ ਇਹ ਵੀ ਇੱਕ ਚੀਜ਼ ਸਾਫ਼ ਹੈ ਕਿ ਦੌੜ ਦੇ ਵਿੱਚ ਰਹੇ ਨੇ ਸੁਨੀਲ ਜਾਖੜ ਵੀ ਔਰ ਹੁਣ ਵੀ ਦੌੜ ਦੇ ਵਿੱਚ ਰਹੇ ਨੇ। ਪਰ ਹਾਲਾਂਕਿ ਜਦੋਂ ਰਾਹੁਲ ਗਾਂਧੀ ਪੰਜਾਬ ਆਏ ਨੇ ਔਰ ਉਦੋਂ ਸਾਫ਼ ਕਰ ਗਏ ਨੇ ਕਿ ਜਾਂ ਫਿਰ ਚਰਨਜੀਤ ਸਿੰਘ ਚੰਨੀ ਜਾਂ ਨਵਜੋਤ ਸਿੰਘ ਸਿੱਧੂ। देखो बेदी साहब, गल ये है कि जो सुनील जाखड़ जी कह रहे ने वो बिल्कुल सच है। मैं उस टाइम उन्होंने नाल सी ते सब नूं पता कि मैं बहुत करीबी रहा जाखड़ साहब दा ਜਦੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੁੰਦੇ ਸਨ। ਸੋ ਜਦੋਂ ਕੈਪਟਨ ਸਾਹਿਬ ਤੋਂ ਬਾਅਦ ਜਿਹਦੇ ਨਾਮ ਦੀ ਡਿਸਕਸ਼ਨ ਹੋ ਰਹੀ ਸੀ ਉਹ ਸੁਨੀਲ ਜਾਖੜ ਜੀ ਦਾ ਨਾਮ ਸੀਗਾ। 42% ਐਮਐਲਏ ਨੇ ਉਹਨਾਂ ਦੇ ਨਾਮ ਦੇ ਉੱਪਰ ਪੈਰਵਾਈ ਕੀਤੀ। ਇਹ ਮੀਡੀਆ ਦੇ ਵਿੱਚ ਵੀ ਚੱਲੀ, ਪਰ ਫਿਰ ਉਹੀ ਪੋਲਰਾਈਜੇਸ਼ਨ ਕਿ ਕਹਿੰਦੇ ਜੀ ਸਿੱਖ ਫੇਸ ਚਾਹੀਦਾ ਹੈ, ਕਿਸੇ ਨੇ ਵਿੱਚੋਂ ਸ਼ੁਰਲੀ ਛੱਡਤੀ ਹੋਰ ਕਿ ਦਲਿਤ ਚਾਹੀਦਾ ਜੀ, ਉਵੇਂ ਕਰ ਲਓ। ਤੇ ਉਸ ਵੇਲੇ ਠੱਗਿਆ ਮਹਿਸੂਸ ਕੀਤਾ ਜਾਖੜ ਸਾਹਿਬ। ਚਲ ਦਿੱਲੀ ਤੋਂ ਉਸ ਦਿਨ ਇੱਥੇ ਆਏ ਤੇ ਇਹਦੇ ਚ ਨੋ ਡਾਊਟ ਇੱਕ ਉਹਨਾਂ ਨਾਲ ਧੋਖਾ ਕੀਤਾ ਗਿਆ ਵਾ। ਤੇ ਹੁਣ ਉਹ ਜੋ ਮਰਜ਼ੀ ਕਹੀ ਜਾਣ, ਉਹਦੇ ਪਿੱਛੇ ਸਿੱਧੂ ਲਾ ਲਓ, ਉਹਦੇ ਪਿੱਛੇ ਚੰਨੀ ਲਾ ਲਓ, ਉਹਦੇ ਪਿੱਛੇ ਰੰਧਾਵਾ ਲਾ ਲਓ, ਕਿਉਂਕਿ ਜਿੱਦਣ ਕੁੰਜੀਆਂ ਵੀ ਫੜਾਈਆਂ ਨੇ ਨਵਜੋਤ ਸਿੰਘ ਸਿੱਧੂ ਨੂੰ, ਉਦੋਂ ਵੀ ਜਾਖੜ ਸਾਹਿਬ ਦਾ ਦਰਦ ਝਲਕਿਆ ਸੀ। ਤੇ ਉਹਨਾਂ ਨੇ ਰੰਧਾਵਾ ਸਾਹਿਬ ਨੂੰ ਆਖਿਆ ਸੀ, ਕਿਉਂਕਿ ਰੰਧਾਵਾ ਸਾਹਿਬ ਵੀ ਜਿਹੜੇ ਮੰਤਰੀ ਬਣੇ ਸੀ ਉਹ ਜਾਖੜ ਸਾਹਿਬ ਦੇ ਕੋਟੇ ਚੋਂ ਬਣੇ ਸੀਗੇ, ਕਿ ਰੰਧਾਵਾ ਜੀ ਮੈਨੂੰ ਪੁੱਛ ਤਾਂ ਲੈਂਦੇ ਕੁੰਜੀਆਂ ਵਾਲੇ ਤੋਂ ਕਿ ਮੈਂ ਕੀ ਕੁਝ ਬਣਾਇਆ। ਅੱਜ ਮੇਰੇ ਸਵੈਸ ਸਾਹਿਬ ਬੈਠੇ ਨੇ ਉੱਥੇ ਦਫ਼ਤਰ ਦੇ ਵਿੱਚ, ਉਹਦਾ ਸੁੰਦਰੀਕਰਨ ਵੀ ਜਾਖੜ ਸਾਹਿਬ ਕਰਾ ਕੇ ਗਏ ਸੀ, ਪਰ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਉਸ ਦਫ਼ਤਰ ਦੇ ਵਿੱਚ ਆਉਣ ਦਾ। ਸੋ ਇਹ ਗੱਲਾਂ ਹੈਗੀਆਂ ਨੇ, ਸੱਚਾਈ ਹੈ। ਤੇ ਜਦ ਜੋ ਮਹਿੰਦਰ ਕੇਪੀ ਨਾਲ ਵੀ ਹੋਇਆ ਵਾ, ਉਹ ਆਪਾਂ ਦੇਖਿਆ ਕਿ ਇੱਕ ਸਾਬਕਾ ਪ੍ਰਧਾਨ ਨਾਲ ਕਿਵੇਂ ਡੀਲ ਕਰਦੀ ਹੈ ਕਾਂਗਰਸ ਪਾਰਟੀ। ਉਹ ਚਾਹੇ ਜਾਖੜ ਸਾਹਿਬ ਨੇ, ਕੇਪੀ ਜੀ ਨੇ, ਹੰਸਪਾਲ ਜੀ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਸਾਰੇ ਸਾਬਕਾ ਪ੍ਰਧਾਨ ਰਹੇ ਨੇ। ਸੋ ਇੱਕ ਦਲਿਤਾਂ ਦਾ ਨਾਮ ਵੀ ਕੱਟਣ ਦੇ ਪਿੱਛੇ ਫਿਰਦੇ ਨੇ ਚੰਨੀ ਸਾਹਿਬ, ਕਿ ਦਲਿਤ ਆਗੂ ਕੋਈ ਰਹਿ ਨਾ ਜਾਵੇ ਉਸ ਪਾਰਟੀ ਦੇ ਵਿੱਚ ਜਿਹੜਾ ਉਹਨਾਂ ਨੂੰ ਮੁਕਾਬਲਾ ਦੇ ਸਕੇ। ਇਸ ਕਰਕੇ ਕੱਲ ਜਲੀਲ ਕਰਕੇ ਕੇਪੀ ਜੀ ਨੂੰ ਵੀ ਕੱਢਿਆ ਗਿਆ। ਸੋ ਜਲਾਲਤ ਦੇ ਦਿਨ ਦਿਖਦੇ ਪਏ ਨੇ ਪੁਰਾਣੇ ਆਗੂਆਂ ਨੂੰ। ਕੋਈ 4 ਸਾਲ ਪੁਰਾਣੇ ਆਦਮੀ ਨੂੰ ਕੀ ਪਤਾ ਕਿ ਪਾਰਟੀ ਕਿਵੇਂ ਚਲਾਉਣੀ ਆ। 8-10 ਸਾਲ ਚੰਨੀ ਜੀ ਨੂੰ ਪਾਰਟੀ ਚ ਆਇਆ ਨੂੰ ਹੋਇਆ। ਸੁਰਜੀਤ ਸਵੈਦ ਜੀ 20-22 ਸਾਲ ਤੋਂ ਮੈਨੂੰ ਪਤਾ ਕਿ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਹੋਏ, ਪੁੱਛਿਆ ਹੀ ਨਹੀਂ ਜਾਂਦਾ ਕੋਈ ਕੀ ਤੰਤਰ ਹੋ ਗਿਆ ਬਾਹਰ। ਉੱਥੇ ਦਿੱਲੀ ਬੈਠੇ ਲੋਕ ਚਲਵਾ ਰਹੇ ਨੇ ਉਹਨੂੰ, ਉਸ ਹਿਸਾਬ ਨਾਲ ਹੀ ਚੱਲਦਾ ਪਿਆ ਸਿਸਟਮ। ਸੋ ਅੱਜ ਜਾਖੜ ਸਾਹਿਬ ਨੇ ਜੋ ਗੱਲ ਕਹੀ ਹੈ ਪਰ ਬਿਲਕੁਲ ਸੱਚ ਹੈ। ਧੱਕਾ ਜਾਖੜ ਸਾਹਿਬ ਨਾਲ ਹੋਇਆ। ਠੀਕ ਹੈ ਪ੍ਰਿਤਪਾਲ ਜੀ। ਧਾਲੀਵਾਲ ਸਾਹਿਬ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਜਿਸ ਲੈਵਲ ਦੇ ਉੱਤੇ ਕਾਂਗਰਸ ਦੇ ਵਿੱਚ ਜੋ ਚੀਜ਼ਾਂ ਹੁਣ ਚੱਲ ਪਈਆਂ, ਚਾਹੇ ਉਹ ਬਹੁਤ ਨਾਮ ਨੇ, ਜਗਮੋਹਨ ਕੰਗ ਹੋਰੀ ਤਾਂ ਚਲੋ ਚਲੇ ਹੀ ਗਏ, ਇਸ ਤੋਂ ਇਲਾਵਾ ਦਮਨ ਬਾਜਵਾ ਦੀ ਗੱਲ ਲਾ ਲਓ, ਤੁਸੀਂ ਕਿਹਦੀ ਲਓਗੇ? ਤੁਸੀਂ ਗੁਰਪ੍ਰੀਤ ਗੋਗੀ ਲੁਧਿਆਣੇ ਵਾਲੇ ਲਾ ਲਓ, ਉਹ ਵੀ ਛੱਡ ਕੇ ਚਲੇ ਤਾਂ ਛੱਡ ਹੀ ਗਏ। ਜਿਨ੍ਹਾਂ ਨੇ ਵਿਦਰੋਹ ਪੂਰਾ ਖੁੱਲ੍ਹ ਕੇ ਕੀਤਾ ਉਹਨਾਂ ਦੀ ਵੀ ਮੈਂ ਕਹਿੰਦਾ ਲਿਸਟ ਬਹੁਤ ਲੰਮੀ ਔਰ ਹਰ ਵਾਰੀ ਹੁੰਦਾ ਐਤਕੀ, ਪਰ ਕੁਛ ਜ਼ਿਆਦਾ ਹੀ ਦੇਖਣ ਨੂੰ ਮਿਲ ਰਿਹਾ। ਔਰ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਹੁਣ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਜੋ ਚੀਜ਼ਾਂ ਕਹੀਆਂ ਗਈਆਂ, ਔਰ ਇੱਕ ਵੱਡੀ ਗੱਲ ਇਹ ਵੀ ਹੈ ਕਿਉਂਕਿ ਜਾਖੜ, ਸੁਨੀਲ ਜਾਖੜ ਇੱਕ ਸੰਜੀਦਾ ਆਗੂ ਮੰਨੇ ਜਾਂਦੇ ਨੇ, ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਹੀਆਂ ਜਾਣੀਆਂ। ਬੇਦੀ ਸਾਹਿਬ, ਅਸੀਂ ਤਾਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਸੀਗੇ ਵੀ ਕਾਂਗਰਸ ਪਾਰਟੀ ਜਿਵੇਂ ਦਾਅਵੇ ਕਰਦੀ ਹੈ ਵੀ ਬਹੁਤ ਇੰਟਰਨਲ ਡੈਮੋਕ੍ਰੇਸੀ ਆ, ਸਾਡੇ ਇੱਥੇ ਐ ਨਹੀਂ ਤੁਹਾਡੇ ਵਾਂਗੂ ਵੀ ਇੱਕ ਨੇ ਹੁਕਮ ਸੁਣਾਤਾ ਸਾਰੇ ਸੁਣੀ ਜਾਂਦੀ ਹੈ। ਇਹ ਸਾਰੀਆਂ ਗੱਲਾਂ ਕਲੀਅਰ ਕਰਦੇ ਆ ਵੀ 2 ਵੋਟਾਂ ਵਾਲਿਆਂ ਨੂੰ ਇਹਨਾਂ ਨੇ ਮੁੱਖ ਮੰਤਰੀ ਬਣਾਇਆ। ਦੈਟ ਮੀਨਸ ਇਹਨਾਂ ਨੂੰ ਸਿਰਫ ਤੇ ਸਿਰਫ ਰਬੜ ਦੀ ਮੋਹਰ ਚਾਹੀਦੀ ਸੀਗੀ ਵੀ ਜੋ ਜਿੱਦਾਂ ਸੈਂਟਰ ਕਹੇ ਜਾਂ ਹਾਈ ਕਮਾਂਡ ਕਹੇ ਉਦਾਂ ਸਾਡੇ ਇਸ਼ਾਰਿਆਂ ਤੇ ਨੱਚੇ। ਇਸ ਕਰਕੇ ਅਸੀਂ ਉਹਨੂੰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਕਹਿੰਦੇ ਸੀ। ਹੋਰ ਕੋਈ ਵੀ ਬੰਦਾ ਹੁੰਦਾ ਉਹਨਾਂ ਨੇ ਆਪਦੀ ਮਰਜ਼ੀ ਕਰਦੇ
ਜਾਂ ਆਪਦੇ ਹਿਸਾਬ ਨਾਲ ਪੰਜਾਬ ਨੂੰ ਚਲਾਉਂਦੇ, ਪਰ ਇਹਨਾਂ ਨੂੰ ਏਦਾਂ ਦਾ ਬੰਦਾ ਚਾਹੀਦਾ ਸੀ ਵੀ ਜੋ ਸਿਰਫ ਤੇ ਸਿਰਫ ਇੱਕ ਰਬੜ ਦੀ ਮੋਹਰ ਤੇ ਇੱਕ ਲੋਕਾਂ ਨੂੰ ਇੱਕ ਦਿਖਾਉਣ ਵਾਸਤੇ ਵੀ ਅਸੀਂ ਦਲਿਤ ਮੁੱਖ ਮੰਤਰੀ ਬਣਾਇਆ, ਵੀ ਲੋਕਾਂ ਦੀ ਆਵਾਜ਼ ਅਸੀਂ ਅੱਗੇ ਲੈ ਕੇ ਆਏ, ਦਲਿਤ ਚਿਹਰਾ ਬਣਾਇਆ, ਉਹ ਸਿਰਫ ਤੇ ਸਿਰਫ ਇੱਕ ਵੋਟਾਂ ਲੈਣ ਦਾ ਢੰਗ ਸੀਗਾ। ਇਸ ਤੋਂ ਇਲਾਵਾ ਕੁਝ ਨਹੀਂ। ਇਥੋਂ ਇਹ ਵੀ ਸਿੱਧ ਹੋ ਗਿਆ ਵੀ ਇਹ ਦਲਿਤ ਚਿਹਰਾ, ਜੋ ਦਲਿਤ ਚਿਹਰੇ ਨੂੰ ਮਾਣ ਦਿੱਤਾ, ਸਿਰਫ ਤੇ ਸਿਰਫ ਇਲੈਕਸ਼ਨਾਂ ਤੱਕ ਆ। ਇਸ ਤੋਂ ਬਾਅਦ ਜਾਂ ਇਸ ਤੋਂ ਬਾਅਦ ਕਦੇ ਵੀ ਇਹਨਾਂ ਨੇ ਇਹ ਚਿਹਰਾ ਲੈਣ ਦੇ ਪਿੱਛੇ ਸਿਰਫ ਤੇ ਸਿਰਫ ਵੋਟਾਂ ਲੈਣਾ ਹੀ ਇਹਨਾਂ ਦਾ ਇੱਕ ਲਾਸਟ ਮਕਸਦ ਆ, ਕੁਰਸੀ ਮਕਸਦ ਆ, ਹੋਰ ਇਹਦੇ ਪਿੱਛੇ ਕੋਈ ਮਕਸਦ। ਪਰ ਧਾਲੀਵਾਲ ਸਾਹਿਬ ਇੱਕ ਪੱਖ ਇਹ ਵੀ ਹੈ ਨਾ ਕਿ 2 ਥਾਵਾਂ ਤੋਂ ਤਾਂ ਚਰਨਜੀਤ ਸਿੰਘ ਚੰਨੀ ਲੜ ਰਹੇ ਨੇ, ਚਮਕੌਰ ਸਾਹਿਬ, ਭਦੌੜ, ਤਾਂ ਇਹ ਵੀ ਫਿਰ ਤੈਅ ਮੰਨਿਆ ਜਾਵੇ ਕਿ ਉਹੀ ਹੋਣਗੇ, ਜੇ ਸੀਐਮ ਚਿਹਰਾ ਉਹੀ ਹੋਣਗੇ। ਮੈਂ ਕਹਿੰਦਾ ਜੀ ਹੋ ਸਕਦਾ ਸੀਐਮ ਚਿਹਰਾ ਅਨਾਉਂਸ ਕਰ ਦੇਣ ਇਹ ਚੰਨੀ ਨੂੰ, ਅਸੀਂ ਤਾਂ ਕਹਿੰਦੇ ਆ ਕਰਨ, ਜਿਨ੍ਹਾਂ ਨੇ ਹੁਣ ਬਣਾਇਆ ਤਾਂ ਬਿਲਕੁਲ ਉਹਨਾਂ ਨੂੰ ਕਰਨ। ਪਰ ਕੀ ਜੇ ਅੱਜ ਆਪਾਂ ਸਾਬਿਤ ਕਰਦੇ ਹਾਂ ਵੀ 2 ਵੋਟਾਂ ਵਾਲਿਆਂ ਨੂੰ ਇਹਨਾਂ ਨੇ ਸੀਐਮ ਬਣਾਇਆ, ਕੀ ਸੀਐਮ ਚਿਹਰਾ ਅਨਾਉਂਸ ਕਰਨ ਤੋਂ ਬਾਅਦ ਨੈਕਸਟ 5 ਸਾਲ ਵਾਸਤੇ ਵੀ ਉਹੀ ਹੋਣਗੇ? ਪਰ ਉਹ ਇਹਨਾਂ ਦੀ ਪਾਰਟੀ ਦਾ ਇੰਟਰਨਲ ਮੈਟਰ ਆ, ਅਸੀਂ ਲੈਣਾ ਦੇਣਾ ਕੁਝ ਨਹੀਂ ਆ। ਪਰ ਜੇ ਇਹ ਕਹਿੰਦੇ ਵੀ ਕਰਨ ਤਾਂ ਬਿਲਕੁਲ ਕਰਨ। ਨਵਜੋਤ ਸਿੰਘ ਸਿੱਧੂ ਬਾਰ-ਬਾਰ ਸਟੇਜਾਂ ਤੋਂ ਕਹਿ ਰਿਹਾ ਵੀ ਮੈਨੂੰ ਦਰਸ਼ਨੀ ਘੋੜਾ ਨਾ ਬਣਾ ਕੇ ਰੱਖਿਓ, ਮੇਰੇ ਹੱਥ 'ਚ ਪਾਵਰ ਰੱਖਿਓ। ਉਤੋਂ ਕਲੀਅਰ ਕੱਟ ਹੁੰਦਾ ਵੀ ਉਹ ਸੀਐਮ ਚਿਹਰਾ ਬਣਨਾ ਚਾਹੁੰਦੇ ਆ। ਸੋ ਕਾਂਗਰਸ ਪਾਰਟੀ ਨੂੰ ਬੇਨਤੀ ਆ ਵੀ ਅੱਗੇ ਹੋ ਕੇ ਜ਼ਰੂਰ ਅਨਾਉਂਸ ਕਰਨ, ਅਨਾਉਂਸ ਕਰਕੇ ਲੋਕਾਂ ਦੇ ਵਿੱਚ ਜਾਣ ਵੀ ਸਾਡਾ ਚਿਹਰਾ ਇਹ ਹੋਊਗਾ। ਕਿਉਂਕਿ ਪਹਿਲਾਂ ਵੀ ਲੋਕਾਂ ਨੂੰ ਠੱਗਿਆ, ਕੈਪਟਨ ਅਮਰਿੰਦਰ ਸਿੰਘ ਨੂੰ ਚਿਹਰਾ ਬਣਾਇਆ, 4 ਸਾਲ 9 ਮਹੀਨੇ ਰਾਜ ਕੀਤਾ ਉਹਨੇ ਪੰਜਾਬ ਦੇ ਉੱਤੇ, ਤੇ ਅੱਜ ਕੈਪਟਨ ਅਮਰਿੰਦਰ ਨੂੰ ਬਾਹਰ ਕੱਢ ਕੇ ਨਵਾਂ ਚਿਹਰਾ ਲਿਆ। ਇਹਨਾਂ ਦਾ ਸਿਰਫ ਕੰਮ ਕੁਰਸੀ ਹਥਿਆਉਣਾ, ਪਰ ਲੋਕ ਬਾਰ-ਬਾਰ ਕਾਟ ਦੀ ਸਾਡੀ ਇੱਕ ਵਾਰ ਛੱਡਦੀ ਆ, ਬਾਰ-ਬਾਰ ਨਹੀਂ ਛੱਡਦੀ। ਲੋਕ ਇੱਕ ਵਾਰ ਇਹਨਾਂ ਦੇ ਝੂਠ ਦੇ ਵਿੱਚ ਫਸ ਗਏ, ਪਰ ਹੁਣ ਲੋਕ ਜਵਾਬ ਦੇਣ ਲਈ ਬੈਠੇ ਆ। ਜਿਨ੍ਹਾਂ ਨੂੰ ਇਹਨਾਂ ਨੇ ਘਰ-ਘਰ ਨੌਕਰੀ, ਕਰਜ਼ਾ ਮਾਫ, ਬੇਰੁਜ਼ਗਾਰੀ ਭੱਤੇ ਦੇ ਤਾਰੇ ਲਾਏ ਸੀ, ਉਹ ਸਾਰੇ ਬੈਠੇ ਆ ਇਹਨਾਂ ਨੂੰ ਜਵਾਬ ਦੇਣ। ਚਲੋ ਸਵੈਜ ਸਾਹਿਬ, ਜੇ ਤੁਸੀਂ ਮੈਨੂੰ ਸੁਣ ਪਾ ਰਹੇ ਹੋ ਇਸ ਪੂਰੇ ਐਪੀਸੋਡ ਦੇ ਉੱਤੇ, ਕਿਉਂਕਿ ਜੋ ਚੀਜ਼ਾਂ ਹੋਈਆਂ ਨੇ ਕੋਈ ਇਹਨੂੰ ਝੁਠਲਾ ਨਹੀਂ ਸਕਦਾ, ਔਰ ਬਹੁਤ ਸੰਜੀਦਾ ਲੀਡਰ ਮੰਨੇ ਜਾਂਦੇ ਨੇ ਆਪਣੇ ਆਪ ਦੇ ਵਿੱਚ ਜਾਖੜ ਸਾਹਿਬ, ਔਰ ਉਹਨਾਂ ਦਾ ਵੀ ਇਹ ਦਰਦ ਛਲਕਿਆ। ਪਹਿਲਾਂ ਉਦੋਂ ਵੀ ਛਲਕਿਆ ਸੀ ਜੋ ਬਲੀਏਵਾਲ ਜੀ ਨੇ ਗੱਲ ਕੀਤੀ ਕਿ ਮੈਨੂੰ ਪੁੱਛ ਤਾਂ ਲੈਂਦੇ ਜਦੋਂ ਚਾਬੀਆਂ ਲਈਆਂ ਗਈਆਂ ਨੇ, ਪ੍ਰਧਾਨਗੀ ਗਈ ਸੀ, ਔਰ ਹੁਣ ਵੀ ਉਹਨਾਂ ਨੇ ਕਿਹਾ ਕਿ ਬਿਲਕੁਲ ਇਸ ਤਰ੍ਹਾਂ ਜਿਹੜਾ ਸੈਂਟਰ ਫਰੇਮ ਦੇ ਵਿੱਚੋਂ ਬਿਲਕੁਲ ਪਾਸੇ ਕਰਤਾ। ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਣੇ ਛੋਟੇ ਭਰਾ ਪ੍ਰਿਤਪਾਲ ਬਲੀਏਵਾਲ ਦਾ ਬਹੁਤ ਧੰਨਵਾਦ ਕਰਦਾ ਹਾਂ, ਜਿਹਦਾ ਅੱਜ ਵੀ ਮੇਰੇ ਨਾਲ ਸਾਡਾ ਬਹੁਤ ਡੂੰਘਾ ਪਿਆਰ ਹੈ ਜੀ। ਦੂਜੀ ਗੱਲ, ਜਾਖੜ ਸਾਹਿਬ ਸਾਡੇ ਜਿਹੜੇ ਸਭ ਤੋਂ ਵੱਡੇ ਲੀਡਰ ਨੇ ਉਹਨਾਂ ਚੋਂ ਇੱਕ ਨੇ, ਤੇ ਉਹਨਾਂ ਦਾ ਪਾਰਟੀ ਦੇ ਵਿੱਚ ਜਿਹੜਾ ਅਹੁਦਾ, ਪਾਰਟੀ ਦੇ ਵਿੱਚ ਉਹਨਾਂ ਦਾ ਸਨਮਾਨ, ਤੇ ਪਾਰਟੀ ਵਾਸਤੇ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਹੈਗੀ ਹੈ ਜੀ। ਤੇ ਜੋ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਗੱਲਾਂ ਕੀਤੀਆਂ ਨੇ, ਉਹ ਜਾਖੜ ਸਾਹਿਬ ਖੁਦ ਹੀ ਜਾਣਦੇ ਨੇ। ਉਹਦੇ ਤੇ ਮੈਂ ਜ਼ਿਆਦਾ ਕਮੈਂਟ ਤਾਂ ਨਹੀਂ ਕਰ ਸਕਦਾ ਹੈਗਾ, ਕਿਉਂਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ, ਮੁੱਖ ਮੰਤਰੀ ਬਦਲਣ ਤੋਂ ਬਾਅਦ ਜਿਹੜੇ ਨਵੇਂ ਮੁੱਖ ਮੰਤਰੀ ਸਾਡੇ ਚਰਨਜੀਤ ਸਿੰਘ ਚੰਨੀ ਬਣੇ ਨੇ, ਤੇ ਜਿਹੜੇ ਦੌਰ ਚੱਲੇ ਨੇ ਉਹ ਬਲੀਵਾਲ ਸਾਹਿਬ ਨੂੰ ਵੀ ਪਤਾ ਹੈ, ਕਈ ਦੌਰ ਦੇ ਚੱਲੇ ਨੇ, ਕਈ ਮੀਟਿੰਗਾਂ, ਕਈ ਬੈਠਕਾਂ, ਤੇ ਅਲਟੀਮੇਟਲੀ ਜਿਹੜਾ ਫੈਸਲਾ ਜਿਵੇਂ ਹੋਇਆ ਹੈ ਉਹ ਸਾਰਿਆਂ ਦੀ ਹੀ ਸਹਿਮਤੀ ਨਾਲ, ਤੇ ਪਾਰਟੀ ਹਾਈ ਕਮਾਂਡ ਦੀ ਜਿਹੜੀ ਹੈਗੀ ਹੈ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਜਿਹੜੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ, ਤੇ ਜੋ ਜ਼ਿੰਮੇਵਾਰੀ ਉਹਨਾਂ ਨੇ ਬੜੀ ਬਾਖੂਬੀ ਨਿਭਾਈ ਵੀ ਹੈਗੀ ਹੈ। 111 ਦਿਨ ਦੇ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਕੀਤੇ ਨੇ, ਕੰਮ ਕੀਤੇ ਨੇ। ਜਾਖੜ ਸਾਹਿਬ ਵੀ ਸਾਡਾ ਜਿਹੜਾ ਹੈਗੇ ਨੇ ਪਾਰਟੀ ਦਾ ਹਿੱਸਾ ਨੇ, ਅੱਜ ਵੀ ਹਿੱਸਾ ਨੇ, ਤੇ ਪਾਰਟੀ ਦੇ ਵੱਡੇ ਲੀਡਰ ਨੇ। ਤੇ ਉਹਨਾਂ ਵਾਸਤੇ ਵੀ ਜੋ ਹੈਗਾ, ਜੋ ਪਾਰਟੀ ਫੈਸਲੇ ਕਰਦੀ ਹੈਗੀ ਹੈ ਉਹ ਸਾਰਿਆਂ ਦੀ ਸੋਚ ਵਿਚਾਰ ਤੋਂ ਬਾਅਦ ਹੀ ਕਰਦੀ ਹੈਗੀ ਹੈ। ਤਾਂ ਉਹਨਾਂ ਦੇ ਜੋ ਉਹਨਾਂ ਨੇ ਸੈਂਟੀਮੈਂਟਸ ਆਪਣੇ ਜਾਂ ਵਿਚਾਰ ਪ੍ਰਗਟ ਕੀਤੇ ਨੇ, ਬਿਲਕੁਲ ਉਹਨਾਂ ਦਾ ਪੂਰਾ ਹੱਕ ਬਣਦਾ ਹੈ ਜੀ। ਵੱਡੇ ਲੀਡਰ ਨੇ, ਇਸ ਤੋਂ ਜ਼ਿਆਦਾ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਪਰ ਸਵੈਜ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੀਆਂ ਚੀਜ਼ਾਂ ਨੇ ਬਿਲਕੁਲ ਐਨ ਨੇੜੇ ਤੇ ਆ ਕੇ ਨੱਕੇ ਤੇ ਕੰਮ ਹੈ, ਤਾਂ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ, ਕਿਉਂਕਿ ਅੱਗੇ ਹੀ ਜਦੋਂ ਬਹੁਤ ਰੌਲਾ ਚੱਲਦਾ ਪਿਆ ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸ ਦੇ ਵਿੱਚ, ਔਰ ਹੁਣ ਐਡੇ ਵੱਡੇ ਸੀਨੀਅਰ ਲੀਡਰ ਦਾ ਇਸ ਤਰ੍ਹਾਂ ਦਾ ਬਿਆਨ, ਲੋਕ ਆਪਣੇ ਆਪ ਨੂੰ ਫਿਰ ਠੱਗਿਆ ਨਾ ਮਹਿਸੂਸ ਕਰਨ। ਲੋਕ ਇਹ ਨਹੀਂ ਸੋਚਦੇ ਕਿ ਪਾਰਦਰਸ਼ਤਾ ਦੀ ਗੱਲਾਂ ਕੀਤੀਆਂ ਜਾਂਦੀਆਂ ਨੇ, ਕਿ ਬਹੁਤ ਪਾਰਦਰਸ਼ਤਾ ਦੇ ਨਾਲ ਇਹ ਟਿਕਟਾਂ ਦੀ ਵੰਡ ਹੁੰਦੀ ਆ, ਤਾਂ ਫਿਰ ਇਹ ਵੀ ਮੰਨਿਆ ਜਾਵੇ ਕਿ ਟਿਕਟਾਂ ਦੀ ਵੰਡ ਦੇ ਵਿੱਚ ਜੋ ਚੀਜ਼ਾਂ ਆਰੋਪ ਲਗਾਏ ਜਾ ਰਹੇ ਨੇ ਉਹ ਵੀ ਸੱਚ ਨੇ।
ਨਹੀਂ ਕੋਈ ਟਿਕਟਾਂ ਦੀ ਵੰਡ ਵਿੱਚ ਕਿਸੇ ਕਿਸਮ ਦੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਹੈ। ਬਿਲਕੁਲ ਪਾਰਦਰਸ਼ੀ ਨਾਲ ਹੋਇਆ, ਸਾਰੇ ਟਿਕਟਾਂ ਠੀਕ ਵੰਡੀਆਂ ਗਈਆਂ ਨੇ। ਜੋ ਪਾਰਟੀ ਨੇ ਸਾਰੇ ਟਿਕਟਾਂ ਵੰਡਣ ਸੰਬੰਧੀ ਫੈਸਲੇ ਲਏ ਨੇ ਸੋਚ ਵਿਚਾਰ ਤੋਂ ਬਾਅਦ ਹੀ ਇਹ ਲਿੱਤੇ ਨੇ। ਤੇ ਟਿਕਟਾਂ ਜਦੋਂ ਵੰਡੀਆਂ ਜਾਂਦੀਆਂ ਨੇ ਉਦੋਂ ਥੋੜੇ ਬਹੁਤੇ ਮਨਮੁਟਾਵ ਜ਼ਰੂਰ ਹੁੰਦੇ ਨੇ, ਕਿਉਂਕਿ ਟਿਕਟ ਜਿਹੜੀ ਹੈਗੀ ਹੈ ਇੱਕ ਟਿਕਟ ਨੂੰ ਇੱਕ ਬੰਦੇ ਨੂੰ ਹੀ ਮਿਲਣੀ ਹੁੰਦੀ ਹੈਗੀ ਹੈ ਤੇ ਦਾਅਵੇਦਾਰ ਹੁੰਦੇ ਨੇ ਤੇ ਖਾਸ ਕਰ ਉਸ ਪਾਰਟੀ ਦੇ ਦਾਅਵੇਦਾਰ ਜ਼ਿਆਦਾ ਨੇ ਜਿਹੜੀ ਪਾਰਟੀ ਦਾ ਲੱਗੇ ਕਿ ਹਾਂ ਮੁੜ ਸੱਤੇ ਚ ਆ ਰਹੇ ਨੇ ਤੇ ਜਿੱਤਣ ਦੇ ਚਾਹ ਜ਼ਿਆਦਾ ਹੁੰਦੇ ਨੇ, ਸਰਕਾਰ ਬਣਾਉਣ ਦੇ ਚਾਹ ਜ਼ਿਆਦਾ ਹੁੰਦੇ ਨੇ, ਉੱਥੇ ਜਿਹੜੇ ਦਾਅਵੇਦਾਰ ਜ਼ਿਆਦਾ ਹੁੰਦੇ ਨੇ। ਇਸ ਕਰਕੇ ਕੋਈ ਕਿਸੇ ਕਿਸਮ ਦੀ ਗੱਲ ਨਹੀਂ ਹੈਗੀ ਤੇ ਚਲੋ ਠੀਕ ਹੈ। ਨਹੀਂ ਪਰ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਨੇ ਤਾਂ ਸਵਾਲ ਪੁੱਛੇ ਜਾਂਦੇ ਨੇ। ਪਰਮਵੀਰ ਨੇ ਸਾਡੇ ਨਾਲ ਨੌਜਵਾਨ ਆਗੂ ਨੇ। ਨਹੀਂ ਕੋਈ ਜ਼ਿਆਦਾ ਨਹੀਂ। ਚਲੋ ਠੀਕ ਹੈ ਸਵੈ ਸਾਹਿਬ, ਮੈਂ ਆਉਣਾ ਤੁਹਾਡੇ ਕੋਲ। ਪਰਮਵੀਰ ਉਹ ਕਹਿੰਦੇ ਨਿੱਕੇ ਮੋਟੇ ਮਨਮੁਟਾਵ ਨੇ ਔਰ ਜਾਖੜ ਸਾਹਿਬ ਵਾਲੀ ਗੱਲ ਨੂੰ ਵੀ ਛੋਟਾ ਮੰਨਦੇ ਨੇ, ਪਰ ਬਹੁਤ ਵੱਡਾ ਇਸ ਤਰ੍ਹਾਂ ਦੇ ਆਰੋਪ ਨੇ ਕਿ ਜੇ ਵੋਟਿੰਗ ਹੋਈ ਸੀ ਤਾਂ ਫਿਰ ਉਹਦੇ ਮਾਇਨੇ ਕੀ ਰਹਿ ਗਏ? ਗਗਨ ਜੀ, ਮੇਰਾ ਬੜਾ ਸਿੱਧਾ ਓਪੀਨੀਅਨ ਹੈ ਕਿ ਆਮ ਜਦੋਂ ਤੋਂ ਸਰਦਾਰ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਬਣੇ ਨੇ, ਠੀਕ ਹੈ, ਡਿਸਿਪਲਿਨ ਪਾਰਟੀ ਦਾ ਸਿੱਧੂ ਸਾਹਿਬ ਨੇ ਰੱਜ ਕੇ ਭੰਗ ਕੀਤਾ। ਕਾਂਗਰਸ ਕਦੇ ਦੇਖਿਆ ਨਹੀਂ ਸੀ ਕਿ ਉਮੀਦਵਾਰਾਂ ਨੂੰ ਥਾਪੀ ਮਿਲਦੀ ਹੈ ਸਟੇਜ ਤੋਂ ਹੀ ਤੇ ਹਨਾ ਜਾਂ ਇਦਾਂ ਦਾ ਕੰਮ ਚੱਲਦਾ। ਤਾਂ ਸਿੱਧੂ ਸਾਹਿਬ ਨੇ ਉਹ ਕਾਂਗਰਸ ਦਾ ਕਲਚਰ ਭੰਗ ਕੀਤਾ, ਜਾ ਕੇ ਅਨਾਉਂਸਮੈਂਟਸ ਕੀਤੀਆਂ ਕੈਂਡੀਡੇਟਸ ਦੀਆਂ, ਬਹੁਤ ਜਗ੍ਹਾ ਇਦਾਂ ਹੋਇਆ ਹਨਾ, ਆਪਣੇ ਵੱਲੋਂ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਪ੍ਰਧਾਨ ਹੋਇਆ। ਤੇ ਜਿਹੜੀ ਗੱਲ ਸਵੈ ਸਾਹਿਬ ਮੈਂ ਆਉਣਾ ਤੁਹਾਡੇ ਕੋਲ, ਆਪਾਂ ਕੰਪਲੀਟ ਕਰਨ ਦੀ ਪਲੀਜ਼। ਇਦਾਂ ਸਹੀ ਨਹੀਂ ਲੱਗਦਾ। ਮੈਂ ਤੁਹਾਡੇ ਕੋਲ ਜਾਣਾ, ਮੈਂ ਬੋਲਿਆ ਨਹੀਂ ਜੀ, ਠੀਕ ਹੈ। ਜਿਹੜੀਆਂ ਗੱਲਾਂ ਕਰ ਰਹੇ ਨਾ ਸਵੈ ਸਾਹਿਬ ਕੋਈ ਗੱਲ ਨਹੀਂ, ਮੈਂ ਤੁਹਾਡੇ ਕੋਲ ਆਣਾ। ਪਰਮਵੀਰ ਤੁਸੀਂ ਕਰੋ ਕੰਪਲੀਟ ਪਲੀਜ਼। ਮੈਨੂੰ ਗੱਲ ਰੱਖ ਲੈਣ ਤੇ ਜੋ ਮਰਜ਼ੀ ਜਵਾਬ ਦੇਣ ਦਾ ਹੱਕ ਬਣਦਾ। ਸਵੈ ਸਾਹਿਬ ਕੋਈ ਗੱਲ ਨਹੀਂ, ਮੈਂ ਆਉਣਾ ਤੁਹਾਡੇ ਕੋਲ। ਪਰਮਵੀਰ ਕਰੋ ਕੰਪਲੀਟ। ਤੁਸੀਂ ਵੱਡੇ ਹੋ ਜੀ, ਮੈਂ ਵਿੱਚ ਨਹੀਂ ਬੋਲਣਾ ਚਾਹੁੰਦਾ। ਤੁਸੀਂ ਜਵਾਬ ਦੇ ਦਿਓ ਸਰ, ਜਿਹੜਾ ਡਾਇਰੈਕਸ਼ਨ ਜਵਾਬ ਹੋਇਆ ਦੇ ਲਿਓ, ਆਪਾਂ ਰੌਲਾ ਪਾ। ਚਲੋ ਪਰਮਵੀਰ ਕਰੋ ਪਲੀਜ਼ ਕੰਟੀਨਿਊ। ਗੱਲ ਰੱਖਣ ਦਾ ਸਮਾਂ ਮੈਨੂੰ ਰੱਖਣ ਦਿਓ। ਸਵੈ ਸਾਹਿਬ ਇਦਾਂ ਅੱਛਾ ਨਹੀਂ ਲੱਗਦਾ। ਪਲੀਜ਼ ਡਿਬੇਟ ਰਹਿਣ ਦਿਓ ਨਾ, ਵਿੱਚ ਪਲੀਜ਼ ਨਾ ਕੱਟੋ ਗੱਲ। ਪਰਮਵੀਰ ਜੀ ਕਰੋ ਕੰਪਲੀਟ। ਸਵੈ ਸਾਹਿਬ ਮੈਂ ਤੁਹਾਡੇ ਕੋਲ ਆਉਂਗਾ, ਪਲੀਜ਼ ਨਾ ਵਿੱਚ ਬੋਲਿਓ। ਜੀ ਤਾਂ ਮੇਰੀ ਗਗਨ ਜੀ ਬੇਨਤੀ ਹੈ ਕਿ ਵਾਕਈ ਸੁਨੀਲ ਜਾਖੜ ਜੀ ਬਹੁਤ ਕਦਾਵਰ ਨੇਤਾ ਨੇ, ਬਹੁਤ ਵੱਡੀ ਬੈਕਗ੍ਰਾਉਂਡ ਤੋਂ ਆਉਂਦੇ ਨੇ। ਪਰ ਤੁਹਾਨੂੰ ਯਾਦ ਹੋਣਾ ਸੂਰਜੇਵਾਲਾ ਸਾਹਿਬ ਨੇ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸ਼ਾਇਦ 20 ਦਿਨ ਹੋ ਗਏ ਬਈ ਉਹ ਚ ਜਾਖੜ ਸਾਹਿਬ ਦਾ ਵੀ ਨਾਮ ਲਿਆ ਸੀ ਕਿ ਚੰਨੀ ਜੀ ਵੀ ਹੋ ਸਕਦੇ ਆ, ਸਿੱਧੂ ਜੀ ਵੀ ਹੋ ਸਕਦੇ ਆ, ਜਾਖੜ ਸਾਹਿਬ ਵੀ ਹੋ ਸਕਦੇ ਆ। ਪਰ ਟਿਕਟਾਂ ਸਭ ਤੋਂ ਪਹਿਲੀ ਗੱਲ ਜਾਖੜ ਸਾਹਿਬ ਨੇ ਆਪਣੀ ਸੀਟ ਛੱਡੀ। ਮੈਨੂੰ ਨਹੀਂ ਉਸ ਗੱਲ ਦੇ ਕਾਰਨ ਪਤਾ ਕੀ ਹੋਣਗੇ ਕਿ ਨਹੀਂ, ਉਹਨਾਂ ਨੇ ਸੰਦੀਪ ਜਾਖੜ ਜੀ ਨੂੰ ਟਿਕਟ ਦਵਾਈ ਹੈ ਹਬੋਰ ਦੀ। ਤੇ ਹੁਣ ਉਸ ਪੈਨਲ 'ਚ ਨਾਮ ਵੀ ਨਹੀਂ, ਜਿਹੜੀ ਵੋਟਿੰਗ ਕਰਾਈ ਹੁਣ ਸਾਰੀ ਕਾਂਗਰਸ ਰਹਿ ਕੇ ਭੰਡਦੀ ਰਹੀ ਕਿ ਭਗਵੰਤ ਮਾਨ ਨੂੰ ਇੱਕ ਆਪਸੀ ਰਾਇਸ਼ੁਮਾਰੀ 'ਚ ਕਿਉਂ ਵੋਟਾਂ ਪਾਈਆਂ, ਇੱਕ ਪੈਰਲਲ ਡੈਮੋਕ੍ਰੇਸੀ ਖੜੀ ਕੀਤੀ ਆਮ ਆਦਮੀ ਪਾਰਟੀ ਨੇ। ਸਾਡੇ ਤੇ ਐਲੀਗੇਸ਼ਨ ਲਾਏ ਪਰ ਸਾਨੂੰ ਕਾਪੀ ਜ਼ਰੂਰ ਕੀਤਾ ਕਾਂਗਰਸ ਨੇ ਦੁਆਰਾ ਆਪਣੇ ਆਪ ਨੂੰ ਪੈਸੀਫਾਈ ਕਰਨ ਲਈ, ਜਸਟੀਫਾਈ ਕਰਨ ਲਈ। ਜਿਹੜੀ ਚੀਜ਼ ਕਾਂਗਰਸ ਪੰਜਾਬ 'ਚ ਭੰਡਦੇ ਰਹੀ, ਉਹਨਾਂ ਦੇ ਨੈਸ਼ਨਲ ਜਿਹੜੇ ਲੀਡਰ ਨੇ ਰਾਹੁਲ ਗਾਂਧੀ ਜੀ, ਜਿਹੜੇ ਇਹਨਾਂ ਦੇ ਅਲਟੀਮੇਟ ਲੀਡਰ ਨੇ, ਉਹਨਾਂ ਨੇ ਆ ਕੇ ਕਿਹਾ ਕਿ ਅਸੀਂ ਭਾਈ ਵੋਟਿੰਗ ਕਰਾ ਲਾਂਗੇ। ਆਮ ਆਦਮੀ ਪਾਰਟੀ ਨੂੰ ਕਾਪੀ ਕੀਤਾ। ਨਵਜੋਤ ਸਿੰਘ ਸਿੱਧੂ ਰਹਿ ਕੇ ਭੰਡਦੇ ਰਹੇ, ਪ੍ਰੈਸ ਕਾਨਫਰੰਸ ਕੀਤੀ ਖਾਸ ਕੇ ਪਤਾ ਕਰੋ ਜੀ 22 ਲੱਖ ਵੋਟ ਕਿੱਦਾਂ ਪੈ ਗਈ ਭਗਵੰਤ ਮਾਨ ਨੂੰ, ਐਸਾ ਵੈਸਾ ਚੀਜ਼ਾਂ। ਫਿਰ ਕਿਉਂ ਨਵਜੋਤ ਸਿੰਘ ਸਿੱਧੂ ਜੀ ਨੇ ਇਹ ਨਹੀਂ ਕਿਹਾ ਜਾਂ ਤੇ ਦੁਬਾਰਾ ਪ੍ਰੈਸ ਕਾਨਫਰੰਸ ਨਹੀਂ ਕੀਤੀ ਕਿ ਸਾਨੂੰ ਨਹੀਂ ਫੋਲੋ ਅਪ ਕਰਨਾ ਚਾਹੀਦਾ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਇਹ ਸੀ ਕਿ ਖਬਰੇ ਹੋਣੇ 'ਚ ਮੇਰੀ ਲਾਟਰੀ ਲੱਗਣੀ ਹੈ, ਇਹ ਵੋਟਿੰਗ ਹੋਊ ਤਾਂ ਸ਼ਾਇਦ ਲੋਕੀ ਮੈਨੂੰ ਸਭ ਤੋਂ ਵੱਧ ਚੁਣ ਲੈਣਗੇ। ਸੋ ਜਾਖੜ ਸਾਹਿਬ ਨੂੰ ਇਗਨੋਰ ਕਰਨਾ ਮੈਨੂੰ ਲੱਗਦਾ ਇੱਕ ਮਾੜੀ ਗੱਲ ਹੈ। ਕਾਂਗਰਸ ਦੇ ਉਹ ਬਹੁਤ ਇੱਕ ਕਲਚਰਡ ਬੰਦੇ ਨੇ, ਬਹੁਤ ਡਿਸਪਲਿਨਡ ਲੀਡਰ ਹੈ ਤੇ ਮੈਨੂੰ ਲੱਗਦਾ ਹਰ ਕਾਂਗਰਸੀ ਕਿਸੇ ਵੀ ਧੜੇ ਦਾ ਹੋਵੇ ਉਹਨਾਂ ਨੂੰ ਮੰਨਦਾ ਜ਼ਰੂਰ ਹੈ। ਜਾਖੜ ਸਾਹਿਬ ਦੀ ਹਾਜ਼ਰੀ ਨੂੰ, ਜਾਖੜ ਸਾਹਿਬ ਦੀ ਲੀਡਰੀ ਨੂੰ ਕਾਂਗਰਸ ਦੇ ਹਰ ਧੜੇ ਮੰਨਦੇ ਆ। ਕਦੇ ਇਹ ਨਹੀਂ ਸੁਣਿਆ ਕਿ ਉਹਨਾਂ ਦੀ ਸਿੱਧੀ ਕੰਟਰੋਵਰਸੀ ਹੋਵੇ ਕਿਸੇ ਗਰੁੱਪ ਨਾਲ। ਸੋ ਇਸ ਤਰ੍ਹਾਂ ਦਾ ਇਗਨੋਰ ਕਰਨਾ ਇੱਕ ਏਡੇ ਕੱਦ ਦੇ ਲੀਡਰ ਨੂੰ ਕੁਝ ਗੱਲ ਸਮਝ ਨਹੀਂ ਆ ਰਹੀ, ਜਾਂ ਕੁਝ ਕਾਂਗਰਸ ਪ੍ਰੀ ਡਿਸਾਈਡਡ ਕਰੀ ਆਪਣਾ ਰੱਖਿਆ ਹੋਇਆ ਪ੍ਰੋਗਰਾਮ ਨੇ, ਕਾਂਗਰਸ ਨੇ ਡਿਸਾਈਡ ਕਰਕੇ ਸਿਰਫ ਉਹਦਾ ਐਲਾਨ ਹੀ ਕਰਨਾ, ਸਿਰਫ ਇੱਕ ਡਰਾਮੇਬਾਜ਼ੀ ਤੇ ਕੁਝ ਲੀਡਰਾਂ ਨੂੰ ਪੈਸੀਫਾਈ ਕਰਨ ਦੇ ਲਈ, ਉਹਨਾਂ ਦੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ ਪ੍ਰੋਗਰਾਮ ਕੀਤਾ। ਤਾਂ ਮੰਨੀਏ ਕਿ ਮਹਿਜ਼ ਇਹ ਸਾਰੇ ਜਿਹੜੇ ਏਜੰਡੇ ਹੁੰਦੇ ਨੇ ਮਹਿਜ਼ ਆਈ ਵਾਸ਼ ਹੈ ਲੋਕਾਂ ਦੇ ਲਈ, ਫੈਸਲਾ ਆਲਾ ਕਮਾਨ ਦਾ ਹੀ ਹੁੰਦਾ। ਬਿਲਕੁਲ ਜੀ ਬਿਲਕੁਲ। ਨਜ਼ਰ ਇਸ ਤੋਂ ਬਾਅਦ ਕੁਝ ਨਜ਼ਰ ਵੀ ਨਹੀਂ ਆ ਰਿਹਾ ਜੀ। ਜੇ ਸੱਚਾਈ ਇਹ ਗੱਲ ਹੁੰਦੀ, ਜੇ ਸੱਚੀ ਰਾਇਸ਼ੁਮਾਰੀ ਕਰਨਾ ਚਾਹ ਰਹੀ ਹੁੰਦੀ ਕਾਂਗਰਸ ਸੀਐਮ ਉਮੀਦਵਾਰ ਦੇ ਲਈ ਆਪਣੇ ਲਈ, ਤਾਂ ਡੈਫੀਨਿਟਲੀ ਜਾਖੜ ਸਾਹਿਬ ਦਾ ਵੀ ਨਾਮ ਹੁੰਦਾ। ਏਡਾ ਵੱਡਾ ਕੰਮ, ਚਲੋ ਠੀਕ ਹੈ, ਏਡੀ ਲੰਬੀ ਸੇਵਾ ਕਰੀ। ਠੀਕ ਹੈ ਪ੍ਰਿਤਪਾਲ ਜੀ, ਇੱਕ ਚੀਜ਼ ਥੋੜੀ ਜਿਹੀ ਹੋਰ ਸਮਝਣੀ ਚਾਹਾਂਗੇ। ਹੁਣ ਪੰਜਾਬ ਦੇ ਵਿੱਚ ਸਿਰਫ ਚਰਨਜੀਤ ਸਿੰਘ ਚੰਨੀ ਐਸੇ ਲੀਡਰ ਨੇ ਜਿਹੜੇ 2 ਸੀਟਾਂ ਤੋਂ ਨੇ, ਕਿਉਂਕਿ ਮਜੀਠੀਆ ਹੋਰਾਂ ਦਾ ਬਹੁਤ ਵਿਰੋਧ ਹੋਇਆ ਤਾਂ ਉਹਨਾਂ ਦੇ ਵੱਲੋਂ ਇੱਕ ਸੀਟ ਛੱਡ ਦਿੱਤੀ ਗਈ ਔਰ
ਸਿਰਫ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਉਹੀ ਸੀਟ ਤੋਂ ਨੇ, ਤਾਂ ਇਹ ਚੀਜ਼ ਵੀ ਫਿਰ ਤੈਅ ਮੰਨੀ ਜਾਵੇ ਕਿ ਇਸ ਵਾਰ ਸੀਐਮ ਫੇਸ ਕਾਂਗਰਸ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਐਲਾਨਿਆ ਜਾਣਾ। ਔਰ ਇੱਕ ਚੀਜ਼ ਇਹ ਵੀ ਆ ਰਹੀ ਹੈ, ਕਹਿੰਦੇ ਕਿ ਜਿਹੜਾ ਉਹਨਾਂ ਦਾ ਆਪਣਾ ਜੱਦੀ ਹਲਕਾ ਉੱਥੇ ਕੋਈ ਹਾਲਤ ਬਹੁਤ ਸਟਰੋਂਗ ਨਹੀਂ ਸੀ, ਇਸ ਕਰਕੇ ਭਦੌੜ ਤੋਂ ਉਤਾਰ ਦਿੱਤਾ ਗਿਆ। ਦੇਖੋ ਹੁਣ ਸੱਚ ਤਾਂ ਗਗਨ ਜੀ ਤੁਸੀਂ ਉਹ ਦੱਸੀ ਜਾਂਦੇ ਹੋ, ਬੰਦਾ ਦੋ ਜਗ੍ਹਾ ਤੇ ਉਰੋਂ ਭੱਜਦਾ ਹੈ ਜਦੋਂ ਇੱਕ ਪਾਸਿਓਂ ਹਾਰ ਦੇ ਚਾਂਸਸ ਹੋਣ, ਤੇ ਉਹ ਭਦੌੜ ਗਏ ਜਾਂ ਕਿਤੇ ਹੋਰ ਗਏ। ਸੋ ਗੱਲਾਂ ਤਾਂ ਬੜੀਆਂ ਕਲੀਅਰ ਨੇ ਕਿ ਚੰਨੀ ਜੀ ਵੀ ਇੱਕ ਪਾਵਰ ਹੰਗਰ ਦੇ ਬੰਨੀ ਨੂੰ ਵੱਧ ਪਏ ਨੇ, ਜਿਵੇਂ ਨਵਜੋਤ ਸਿੰਘ ਸਿੱਧੂ ਵੱਧਦਾ ਪਿਆ ਸੀ। ਨਵਜੋਤ ਸਿੰਘ ਸਿੱਧੂ ਦਾ ਹਾਰਨਾ ਦਾ ਤੈਅ ਹੈ, ਚੰਨੀ ਦਾ ਕੀ ਬਣਦਾ ਹੈ ਮੈਨੂੰ ਤਾਂ ਉਹਨਾਂ ਦੀਆਂ ਦੋਹਾਂ ਸੀਟਾਂ ਤੋਂ ਹੀ ਜਾਂਦੇ ਲੱਗਦੇ ਨੇ, ਕਿਉਂਕਿ ਉੱਥੋਂ ਦੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਭਾਈ ਜਿਹੜਾ ਆਪਦੇ ਹਲਕੇ ਚੋਂ ਭੱਜ ਕੇ ਇੱਧਰ ਆ ਗਿਆ ਤਾਂ ਇਹਨੇ ਉੱਥੇ ਕੁਝ ਕੀਤਾ ਨਹੀਂ ਹੋਣਾ। ਕਿਉਂਕਿ ਅੱਜ ਜਾਖੜ ਸਾਹਿਬ ਦੀ ਜਿਹੜੀ ਮੈਂ ਗੱਲ ਕਰ ਰਿਹਾ, ਉਹਨਾਂ ਨੇ ਵੀ ਇਹੀ ਗੱਲ ਆਖੀ ਕਿ ਚੰਨੀ ਨੇ ਵੈਸੇ ਤਾਂ ਕੋਈ ਵਿਕਾਸ ਫੂਸ ਕਰਾਇਆ ਨਹੀਂ ਉੱਥੇ, ਪਰ ਆਹ 111 ਦਿਨਾਂ 'ਚ 1000 ਕਰੋੜ ਦੇ ਪ੍ਰੋਜੈਕਟ ਲਿਆਤੇ ਉਹਨੇ ਚਮਕੌਰ ਸਾਹਿਬ 'ਚ, ਫਿਰ ਵੀ ਲੋਕ ਅਨਖੁਸ਼ ਨੇ ਇਹ ਭਾਈ ਪਹਿਲਾਂ ਕਿੱਥੇ ਸੀ ਤੂੰ। ਸੋ ਗੱਲਾਂ ਬਥੇਰੀਆਂ ਨੇ ਜਿੰਨੀਆਂ ਮਰਜ਼ੀ ਕਰ ਲਈਏ, ਪਰ ਅੱਜ ਇੱਕ ਗੱਲ ਹੋਰ ਬੜੀ ਨਿਕਲ ਕੇ ਆ ਰਹੀ ਹੈ। ਚਲੋ ਜਾਖੜ ਸਾਹਿਬ ਦੇ ਆਪਾਂ ਕੋਈ ਸਵਾਲ ਨਿਸ਼ਾਨ ਨਹੀਂ ਦਿਖਾ ਰਹੇ, ਕਿਉਂਕਿ ਉਹ ਜੋ ਬੋਲਦੇ ਆ ਸੱਚ ਬੋਲਦੇ, ਜਿਵੇਂ ਕੈਪਟਨ ਅਮਰਿੰਦਰ ਸੱਚ ਬੋਲਦੇ ਨੇ, ਉਵੇਂ ਜਾਖੜ ਸਾਹਿਬ ਵੀ ਬਿਲਕੁਲ ਕਲੀਅਰ ਕੱਟ ਲੀਡਰ ਨੇ। ਉਹ ਚਾਹੇ ਕਿਸੇ ਦੇ ਗੋਡਿਆਂ ਦੇ ਵਿੱਚ ਗਿੱਟਿਆਂ ਦੇ ਵੱਜੇ, ਪਰ ਉਹਨਾਂ ਨੇ ਇਹ ਸੱਚ ਦੱਸਤਾ। ਅੱਜ ਜਿਹੜੀ ਕਾਂਗਰਸ ਪਾਰਟੀ ਦੀ ਕੰਪੇਨ ਚੱਲਦੀ ਪਈ ਹੈ ਗਗਨ ਜੀ, ਉਹਦੇ ਤੇ ਸਵਾਲੀਏ ਨਿਸ਼ਾਨ ਖੜੇ ਹੋ ਗਏ ਨੇ। ਉਹ ਆਪਾਂ ਰੋਜ਼ ਅਰਦਾਸ ਕਰਦੇ ਆ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਅੱਜ ਇਹਨਾਂ ਨੇ ਉਹ ਸਰਬੱਤ ਦੇ ਭਲੇ ਨੂੰ ਵੀ ਕਾਂਗਰਸੀਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਰੂ ਕੀ ਬਾਣੀ ਨਾਲ। ਉੱਥੇ ਪਾਤਾ ਅੱਜ ਐਸਜੀਪੀਸੀ ਨੇ ਵੀ ਨੋਟਿਸ ਲਿਆ ਉਸ ਚੀਜ਼ ਦਾ ਕਿ ਤੇਰੇ ਭਾਣੇ ਸਰਬੱਤ ਭਲੇ ਦੇ ਭਲੇ ਦੇ ਵਿੱਚ ਲਿਖਤਾ ਕਾਂਗਰਸ ਮੰਗਦੀ ਸਰਬੱਤ ਦਾ ਭਲਾ। ਉਹ ਭਾਈ ਕਾਂਗਰਸ ਕਿਵੇਂ ਸਰਬੱਤ ਦਾ ਭਲਾ ਮੰਗ ਸਕਦੀ ਹੈ? ਠੀਕ ਆ, ਇੱਕ ਵਿਅਕਤੀ ਵਿਸ਼ੇਸ਼ ਹੋ ਸਕਦਾ ਕੋਈ ਕਿ ਹਾਂ ਅਸੀਂ ਆਪਣੀ ਅਰਦਾਸ ਦੇ ਵਿੱਚ ਵੀ ਤੋੜ ਮਸ਼ੋੜ ਸ਼ੁਰੂ ਕਰਤਾ, ਐਸੇ ਹਮਲੇ ਕਰੂਗੀ। ਹੁਣ ਇਹਨਾਂ ਲੋਕਾਂ ਦੀ ਸੋਚ ਉਸ ਨੀਵੇਂ ਲੈਵਲ ਤੱਕ ਜਾ ਚੁੱਕੀ ਹੈ। ਇਹਨਾਂ ਦੇ ਜਿਹੜੇ ਦਿੱਲੀ ਵਾਲੀ ਮੈਂ ਕਮੇਟੀ ਦੀ ਇਸੇ ਗੱਲ ਕਰਕੇ ਕਰਦਾ ਕਿ ਉਹ ਕੰਪੇਨ ਉੱਥੋਂ ਬਣਾ ਕੇ ਭੇਜਦੇ ਨੇ, ਤੇ ਇੱਥੇ ਉਹ ਕਿੰਨਾ ਹਿੱਟ ਕਰਦੀ ਆ। ਅੱਜ ਉਹ ਮੁਸਤਫਾ ਵਰਗਾ ਕਦੀ ਉਹ ਹਿੰਦੂਆਂ ਦੇ ਖਿਲਾਫ ਬੋਲਦਾ, ਤੇ ਅੱਜ ਉਹ ਕਹਿ ਗਿਆ ਗੁਰੂ ਗ੍ਰੰਥ ਸਾਹਿਬ ਇੱਕ ਕਿਤਾਬ ਹੈ। ਯਾਰ ਆਪਾਂ ਐਸੇ ਲੋਕ ਚੁਣਨੇ ਨੇ, ਉਸੇ ਚੰਨੀ ਦੇ ਥੱਲੇ ਉਹ ਆ, ਉਸੇ ਸਿੱਧੂ ਦੇ ਥੱਲੇ ਉਹ ਆ, ਉਹਦੀ ਘਰ ਵਾਲੀ ਉਹ ਆ, ਤੇ ਆਪਾਂ ਐਸੇ ਲੋਕ ਚੁਣਾਂਗੇ। ਇਹ ਆਪਣੇ ਲੋਕਾਂ ਨੂੰ ਸੋਚਣਾ ਪੈਣਾ ਹੈ, ਇੱਕ ਜ਼ਮੀਰ ਦੀ ਆਵਾਜ਼ ਸੁਣ ਕੇ ਕਿ ਆਪਾਂ ਆਪਦੇ ਇੱਕ ਚੰਗੇ ਲੀਡਰ ਚੁਣੀਏ। ਮੈਂ ਨਹੀਂ ਕਹਿੰਦਾ ਸਾਨੂੰ ਚੁਣੋ, ਪਰ ਇੱਕ ਚੰਗੇ ਇਨਸਾਨ ਵਧੀਆ ਵਿਅਕਤੀ ਸੁਣੋ ਜੋ ਪੰਜਾਬ ਲਈ ਖੜ ਸਕੇ। ਕੈਪਟਨ ਅਮਰਿੰਦਰ ਨੇ ਜੋ ਕੀਤਾ ਲੋਕਾਂ ਦੇ ਸਾਹਮਣੇ ਆ, ਚਾਹੇ ਉਹ ਪਾਣੀ ਦਾ ਰਾਖਾ, ਕਿਸਾਨੀ ਦਾ ਰਾਖਾ, ਐਸੇ ਪਰ ਨਵਜੋਤ ਸਿੰਘ ਸਿੱਧੂ ਤਾਂ ਕਹਿੰਦੇ ਕੁਝ ਨਹੀਂ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ 9.5 ਸਾਲ। ਹਾਂ ਬਸ ਇੰਨਾ ਕੀਤਾ ਕਿ ਉਹਦੇ ਹਲਕੇ ਨੂੰ 400 ਕਰੋੜ ਰੁਪਇਆ ਦਿੱਤਾ ਸੀ, 200 ਕਰੋੜ ਲੱਗਿਆ ਔਰ 200 ਕਰੋੜ ਲਵਾ ਨਹੀਂ ਸਕਿਆ। ਲੋਕਲ ਬਾਡੀ ਦਾ ਮੰਤਰੀ ਹੁੰਦੇ ਹੋਏ ਉਹਨੇ ਆਪਦੇ ਇਲਾਕੇ 'ਚ ਡਿਵੈਲਪਮੈਂਟ ਦੱਸ ਦੋ 200 ਕਰੋੜ ਨਹੀਂ ਕਰਾ ਸਕਿਆ। ਐਸਾ ਨਵਜੋਤ ਸਿੰਘ ਸਿੱਧੂ ਜਦੋਂ ਵੜੂਗਾ ਆਪਦੇ ਇਲਾਕੇ ਦੇ ਵਿੱਚ ਤਾਂ ਪਤਾ ਲੱਗੂ। ਮੈਂ ਤਾਂ ਕਹਿੰਦਾ ਗਗਨ ਜੀ ਜਿਹੜਾ ਆਪਦੇ ਘਰਦਿਆਂ ਦਾ ਨਹੀਂ ਹੋ ਸਕਿਆ, ਆ ਪਟਿਆਲੇ ਤੋਂ ਭੱਜ ਕੇ ਕਿੱਥੇ ਗਿਆ? ਅੰਮ੍ਰਿਤਸਰ, ਕਿ ਨੇੜੇ ਤੇੜੇ ਉਹਦੀਆਂ ਕਰਤੂਤਾਂ ਨਾ ਪਤਾ ਲੱਗ ਜਾਣ ਕਿ ਆਪਦੇ ਮਾਂ ਪਿਓ ਦੇ ਭੈਣ ਨਾਲ ਕੀ ਕੁਝ ਕਰਦਾ ਰਿਹਾ, ਇਸੇ ਕਰਕੇ ਭੱਜਿਆ। ਤੇ ਉਸੇ ਕਰਕੇ ਪਟਿਆਲੇ ਦਾ ਘਰ ਵੀ ਛੱਡ ਕੇ ਹੁਣ ਅੰਮ੍ਰਿਤਸਰ ਵਾਲਾ ਠੀਕ ਹੈ, ਪਿਸਤਰਾ ਗੋਲ ਕੱਢ ਕੇ ਯੂਪੀ ਠੀਕ ਹੈ ਸਵੈ ਸਾਹਿਬ ਦਿਓ ਇਹਦੇ ਉੱਤੇ ਰਿਐਕਸ਼ਨ ਇੱਕ, ਫਿਰ ਆਪਾਂ ਛੋਟਾ ਜਿਹਾ ਰੱਖਿਓ। ਹਾਂਜੀ, ਪਹਿਲੀ ਗੱਲ ਤਾਂ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਲੀਅਰ ਨਹੀਂ ਯਾਰ, ਇਹਨਾਂ ਦੇ ਡਿਸਪਲਿਨ ਬਾਰੇ ਜਗ ਜ਼ਾਹਰ ਹੈਗਾ। ਇਹਨਾਂ ਨੂੰ ਪੁੱਛੋ ਖਾਂ ਜਰਾ ਕਿ ਇਹਨਾਂ ਨੇ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਜਿਹੜਾ ਕਿਸਾਨਾਂ ਦੀ ਪਾਰਟੀ ਬਣ ਰਹੀ ਹੈ, ਪੋਲੀਟੀਕਲ ਪਾਰਟੀ ਜਿਹੜੀ ਬਣੀ ਹੈਗੀ, ਉਹਦਾ ਵਿਰੋਧ ਕਿਉਂ ਕੀਤਾ? ਇਹ ਜਿਹੜੇ ਕਿਸੇ ਪੋਲੀਟੀਕਲ ਪਾਰਟੀ ਨੂੰ, ਖਾਸ ਕਰ ਕਿਸਾਨਾਂ ਦੀ ਪੋਲੀਟੀਕਲ ਪਾਰਟੀ ਨੂੰ ਹੀ ਮੈਦਾਨ ਦੇ ਵਿੱਚ ਆਉਣ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੇ। ਉਦਾਂ ਕਿਸਾਨ ਕਰਦੇ ਫਿਰਦੇ ਨੇ, ਉਹ ਡਿਸਪਲਿਨ ਦੀ ਗੱਲ ਸੀਗੀ, ਉਹ ਦੇਣਗੇ ਜਵਾਬ ਕੋਈ ਨਾ ਕੋਈ। ਚਲੋ ਆਪਾਂ ਮੈਂ ਪਰਮਵੀਰ ਮੈਂ ਆਉਂਗਾ ਤੁਹਾਡੇ ਕੋਲ ਆਉਣਾ। ਹਾਂਜੀ ਚਲੋ ਅੱਗੇ। ਹਾਂਜੀ, ਜਿਨ੍ਹਾਂ ਲੋਕਾਂ ਤੇ ਇਲਜ਼ਾਮ ਲੱਗੇ ਸੀ ਪਿਛਲੇ 2017 ਦੇ ਵਿੱਚ, ਆ ਦੋ ਦਿਨਾਂ ਦੇ ਮੈਂ ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਦੀ ਗੱਲ ਕਰ ਰਿਹਾ ਸੀ ਮੈਂ, ਉਹ ਕਿੱਥੇ ਨੇ ਅੱਜ, ਕਿਉਂ ਨਹੀਂ ਆਉਂਦੇ? ਉਹ ਕਿਹੜਾ ਡਿਸਪਲਿਨ ਸੀ ਜਿਹਦਾ ਇਲਜ਼ਾਮ ਲੱਗੇ ਸੀ? ਅੱਜ ਵੀ ਲੱਗੇ ਸੀਗੇ, ਉਹਨਾਂ ਤੇ ਪਹਿਲਾਂ ਵੀ ਲੱਗੇ ਸੀਗੇ। ਹੁਣ ਜਿਹੜੇ ਦੋ ਬੰਦੇ ਇੰਚਾਰਜ ਸਰਦਾਰ ਜਰਨੈਲ ਸਿੰਘ ਨੂੰ ਲਾਇਆ ਸੀ ਇਹਨਾਂ ਨੇ, ਉਹ ਨਜ਼ਰ ਨਹੀਂ ਆ ਰਹੇ, ਕਿੱਥੇ ਨੇ? ਚਲੋ ਆਪਾਂ ਸਵੈ ਸਾਹਿਬ ਸਾਰੇ ਸਵਾਲ ਪੁੱਛ ਲੈਣੇ ਨੇ, ਆਪਾਂ ਵਾਪਸ ਕਾਂਗਰਸ ਤੇ ਆਈਏ। ਇਹ ਚੀਜ਼ਾਂ ਮੈਂ ਪੁੱਛਦਾ, ਮੈਂ ਪਰਮਵੀਰ ਜੀ ਤੋਂ ਪੁੱਛਦਾ। ਹਾਂਜੀ ਬੇਦੀ ਸਾਹਿਬ
ਬੇਦੀ ਸਾਹਿਬ ਅਗਲੀ ਗੱਲ ਹਾਂਜੀ ਹਾਂਜੀ ਅਗਲੀ ਗੱਲ ਮੈਂ ਆਉਣਾ ਧਾਲੀਵਾਲ ਜੀ ਆਉਣਾ ਮੇਰੇ ਤੋਂ ਲੈ ਲਓ ਵਾਕਈ ਜੀ ਮੈਂ ਗੱਲ ਪੂਰੀ ਹਾਂਜੀ ਹਾਂਜੀ ਕਰੋ ਕਰੋ ਪਲੀਜ਼ ਕੰਟੀਨਿਊ ਕਰੋ ਹਾਂਜੀ ਅਗਲੀ ਗੱਲ ਪਿਛਲੀ ਵਾਰ ਦੇਖੋ 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਵੀ 2 ਸਥਾਨ ਸਾਡੇ ਸਨ ਪਟਿਆਲਾ ਤੋਂ ਤੇ ਲੰਬੀ ਤੋਂ। ਉਹ ਜੇ ਸਾਡੇ ਜਿਹੜੇ ਲੀਡਰ ਨੇ ਮੁੱਖ ਮੰਤਰੀ ਮੌਜੂਦਾ ਚਰਨਜੀਤ ਸਿੰਘ ਚੰਨੀ 2 ਸਾਲਾਂ ਤੋਂ ਲੜ ਰਹੇ ਨੇ ਤਾਂ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈਗਾ? ਉਹਨਾਂ ਦੇ ਕੱਦ ਕਾਠ ਤੋਂ ਕੱਦ ਕਿੰਨਾ ਵਧਿਆ ਉਹਨਾਂ ਦਾ ਕਿ ਪੰਜਾਬ ਦੇ ਵਿੱਚ ਕਿਸੇ ਪਰ ਸਵੈਦ ਸਾਹਿਬ ਗੱਲ ਇਹ ਹੈ ਨਾ ਨਵਜੋਤ ਸਿੰਘ ਸਿੱਧੂ ਉਦੋਂ ਮਜੀਠੀਆ ਨੂੰ ਕਹਿੰਦੇ ਸੀਗੇ ਕਿ ਇੱਕ ਥਾਂ ਤੋਂ ਲੜੋ ਜੇ ਤੁਹਾਨੂੰ ਲੱਗਦਾ ਕਿ ਕੌਨਫੀਡੈਂਟ ਹੋ ਤਾਂ ਉਹੀ ਸਵਾਲ ਹੁਣ ਦੂਜੇ ਚੱਕਦੇ ਨੇ ਉਹ ਕਹਿੰਦੇ ਫਿਰ ਜੇ ਕੌਨਫੀਡੈਂਟ ਹੋ ਇੱਕ ਸੀਟ ਤੋਂ ਤਾਂ ਚਰਨਜੀਤ ਸਿੰਘ ਚੰਨੀ ਵੀ ਇੱਕ ਥਾਂ ਤੋਂ ਲੜਨ। ਮਜੀਠੀਆ ਹੁਣ ਵੀ 2 ਥਾਵਾਂ ਤੇ ਲੜ ਰਿਹਾ ਹੈ ਉਹਦੀ ਹੈ ਨਾ ਪਰ ਫਿਰ ਚਰਨਜੀਤ ਸਿੰਘ ਚੰਨੀ ਵੀ ਆਪਣੀ ਪਤਨੀ ਨੂੰ ਲੜਾ ਦੇ। ਚਲੋ ਠੀਕ ਹੈ ਚਲੋ ਠੀਕ ਹੈ ਸਵੈਦ ਸਾਹਿਬ ਠੀਕ ਹੈ ਆਪਾਂ ਹਾਂਜੀ ਹਾਂਜੀ ਚਲੋ ਠੀਕ ਹੈ ਧਾਲੀਵਾਲ ਸਾਹਿਬ ਦਿਓ ਜਵਾਬ ਤੇ ਤੁਹਾਡੇ ਤੋਂ ਪੁੱਛੀਏ ਜਰਾ ਹਾਂਜੀ ਹਾਂਜੀ ਠੀਕ ਹੈ ਸਵੈਦ ਸਾਹਿਬ ਠੀਕ ਹੈ ਬੇਦੀ ਸਾਹਿਬ ਕਾਂਗਰਸ ਦੇ ਬੁਲਾਰੇ ਤੋਂ ਕਲੀਅਰ ਪਤਾ ਲੱਗ ਰਿਹਾ ਵੀ ਜਾਖੜ ਸਾਹਿਬ ਦੀ ਸਟੇਟਮੈਂਟ ਤੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ। ਜੇ ਇਹ ਬਿਆਨ ਕਿਸੇ ਹੋਰ ਪਾਰਟੀ ਦੇ ਬੰਦੇ ਨੇ ਲੀਡਰ ਨੇ ਦਿੱਤਾ ਹੁੰਦਾ ਇਹਨਾਂ ਨੇ ਵੱਡ ਖਾ ਜਾਣਾ ਸਾਨੂੰ ਠੀਕ ਹੈ ਜੀ। ਤੇ ਉਸ ਤੋਂ ਬਾਅਦ ਮਜੀਠੀਆ ਸਾਹਿਬ ਦੀ ਗੱਲ ਕਰਦੇ ਆ ਮਜੀਠੀਆ ਸਾਹਿਬ 2 ਸੀਟਾਂ ਤੇ ਲੜ ਰਹੇ ਸੀਗੇ ਫਿਰ ਉਹ 2 ਸੀਟਾਂ ਤੇ ਵੀ ਕਿਉਂ ਗਏ ਬਾਰ-ਬਾਰ ਨਵਜੋਤ ਸਿੰਘ ਸਿੱਧੂ ਨੇ ਬੰਗਾਰਿਆ ਵੀ ਆ ਇੱਥੇ ਲੜ ਕੇ ਫਿਰ ਉੱਥੇ ਲੜੇ ਆ ਫਿਰ ਕਹਿੰਦਾ 2 ਨਹੀਂ 1 ਸੀਟ ਤੇ ਲੜੇਗਾ ਜੇ ਹਿੰਮਤ ਫਿਰ ਉਹ 1 ਸੀਟ ਤੇ ਆਇਆ ਉਹ ਇਹਨਾਂ ਦੇ ਕੈਪਟਨ ਇਹਨਾਂ ਦਾ ਜਿਹੜਾ ਪ੍ਰਧਾਨ ਆ ਉਹਨੂੰ ਭਜਾਉਣ ਵਾਸਤੇ ਗਏ ਉੱਥੇ ਨਾ ਕਿ ਉਹਨਾਂ ਨੂੰ 2 ਸੀਟਾਂ ਦਾ ਕੋਈ ਖਤਰਾ ਵੀ ਮਜੀਠੇ ਤੋਂ ਹਾਰ ਰਹੇ ਸੀਗੇ। ਤੇ ਚੰਨੀ ਸਾਹਿਬ ਦਾ ਕਹਿੰਦੇ ਕੱਦ ਵੱਧ ਗਿਆ ਬਿਲਕੁਲ ਵੱਧ ਗਿਆ 11 ਕਰੋੜ ਰੁਪਏ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਨਿਕਲ ਰਿਹਾ ਪਤਾ ਲੱਗ ਰਿਹਾ ਸਾਨੂੰ ਕੱਦ ਵੱਧ ਗਿਆ। ਜੋ ਸੈਂਡ ਮਾਫੀਆ ਉਹਨਾਂ ਨੇ ਚਲਾਇਆ ਜੋ ਲੁੱਟ ਉਹਨਾਂ ਨੇ 111 ਦਿਨਾਂ ਚ ਮਚਾਈ ਉਹ 5 ਸਾਲਾਂ ਚ ਨਹੀਂ ਮੱਚੀ ਸੀਗੀ ਜੋ ਉਹਨਾਂ ਨੇ 111 ਦਿਨਾਂ ਚ ਮਚਾਤੀ ਉਹ ਤੋਂ ਪਤਾ ਲੱਗ ਰਿਹਾ ਵੀ ਕੱਦ ਵੱਧ ਗਿਆ। ਇਹ ਸਿਰਫ ਤੇ ਸਿਰਫ ਜਿਹੜਾ ਕੁਝ ਹੋ ਰਿਹਾ ਭਾਵੇਂ ਸੀਐਮ ਕੇਸ ਬਦਲੇ ਜਾ ਰਹੇ ਆ ਭਾਵੇਂ ਸੀਟਾਂ ਬਦਲੀਆਂ ਜਾ ਰਹੀਆਂ ਜਾਂ ਲੋਕਾਂ ਨੂੰ ਫੋਨ ਕਰਾਏ ਜਾ ਰਹੇ ਵੀ ਸੀਐਮ ਕੌਣ ਹੋਵੇ ਚੰਨੀ ਹੋਵੇ ਇਹ ਸਾਰਾ ਕੁਝ ਇੱਕ ਕੁਰਸੀ ਨੂੰ ਬਚਾਉਣ ਵਾਸਤੇ ਕੀਤਾ ਜਾ ਰਿਹਾ ਬੇਦੀ ਸਾਹਿਬ ਇਹ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ। ਠੀਕ ਹੈ ਪਰਮਵੀਰ ਤੁਸੀਂ ਰੱਖੋ ਪੱਕ ਕੀ ਕਹਿਣਾ ਚਾਹ ਰਹੇ ਸੀ? ਮੈਂ ਸਵੈਦ ਸਾਹਿਬ ਦੀ ਗੱਲ ਤੇ ਪਹਿਲੀ ਗੱਲ ਹੈਰਾਨ ਸੀ ਵੀ ਜਦੋਂ ਆਪਾਂ ਇੱਕ ਡਿਬੇਟ ਇੱਕ ਮਸਲਾ ਜਿਹੜਾ ਡਿਸਕਸ ਕਰ ਰਹੇ ਆਪਾਂ ਨੂੰ ਉੱਤੇ ਰਹਿਣਾ ਚਾਹੀਦਾ ਬੀਟਿੰਗ ਅਬਾਊਟ ਦਾ ਬੁਸ਼ ਨਹੀਂ ਕਰਨਾ ਚਾਹੀਦਾ। ਮੇਰੀ ਸਿੱਧੀ ਬੇਨਤੀ ਹੈ ਵੀ ਇਸ ਟਾਈਮ ਜਿਹੜੀ ਬਖਲਾਹਟ ਹੈ ਕਾਂਗਰਸ ਦੇ ਅੰਦਰ ਉਹ ਸਿਰਫ ਇਸ ਗੱਲ ਨਹੀਂ ਕਿ ਇਸ ਤਰ੍ਹਾਂ ਸੇ ਵੀ ਇੱਕ ਲੀਡਰ ਨੂੰ ਇਗਨੋਰ ਕਰਤਾ ਇਹ ਜਿਹੜੀ ਨਲਾਇਕੀ ਹੈ ਜਿਹੜੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਸਾਨੂੰ 78 ਸੀਟਾਂ ਜਿਤਾ ਕੇ ਦਿੱਤੀ ਸੀ ਕਾਂਗਰਸ ਨੂੰ ਉੱਚ 4 ਸਾਲ ਤੇ 8 ਮਹੀਨੇ ਕੈਪਟਨ ਸਾਹਿਬ ਬੁਰੀ ਤਰ੍ਹਾਂ ਫੇਲੀਅਰ ਪ੍ਰੂਵ ਹੋਏ। ਕੋਈ ਵੀ ਵਾਅਦਾ ਕਹਿਣ ਨੂੰ ਕਹੀ ਗਿਆ ਜੀ 125 ਜੋ ਅਸੀਂ 117 ਭੁਗਤਾਤੇ ਪਰ ਡਿਲੀਵਰੀ ਨਹੀਂ ਦਿਖੀ ਕਰਜ਼ਾ ਮਾਫੀ ਚਾਹੇ ਬਿਜਲੀ ਦੇ ਸਮਝੌਤੇ ਸੀ ਪੀਪੀਏ ਸੀਗੇ ਜਾਂ ਹੋਰ ਤਰ੍ਹਾਂ ਦਾ ਕਿਸੇ ਮਾਫੀਆ ਨੂੰ ਕਰਬ ਕਰਨ ਦੀ ਗੱਲ ਸੀ ਕੈਪਟਨ ਸਾਹਿਬ ਉਹ 'ਚ ਬੁਰੀ ਤਰ੍ਹਾਂ ਫੇਲ ਹੋਏ। ਲਾਅ ਐਂਡ ਆਰਡਰ ਦਾ ਵੀ ਬੁਰਾ ਹਾਲ ਰਿਹਾ। OSD ਦੀ ਜਿਹੜੇ ਫੌਜ ਸੀ ਉਹੀ ਸਰਕਾਰ ਚਲਾ ਰਹੀ ਸੀਗੀ ਮੰਤਰੀ ਤਰਸਦੇ ਰਹੇ ਕੈਪਟਨ ਸਾਹਿਬ ਦੇ ਦਰਸ਼ਨ ਕਰਨ ਲਈ MLA ਤਾਂ ਵਿਚਾਰੇ ਗਿਣਤੀ 'ਚ ਨਹੀਂ ਸੀਗੇ। ਬਾਕੀ ਕਾਂਗਰਸ ਉਹ ਇਹ ਬੜਾ ਗ੍ਰੈਜੂਅਲੀ ਕਰਦੇ 5 ਸਾਲ ਕਾਂਗਰਸ ਇੱਥੇ ਆ ਕੇ ਖੜ ਗਈ। ਜਦੋਂ ਚੰਨੀ ਸਾਹਿਬ ਨੂੰ ਲਾਤਾ ਪਹਿਲਾਂ ਸਿੱਧੂ ਸਾਹਿਬ ਨੂੰ ਲਾਤਾ ਉਹਨਾਂ ਨੇ ਆ ਕੇ ਕਹਾਣੀ ਖੇਡਤੀ ਫਿਰ ਚੰਨੀ ਸਾਹਿਬ ਨੂੰ ਲਾਤਾ ਉਹ ਆਮ ਵਾਲੇ ਹੋ ਗਏ ਕਈ ਚੀਜ਼ਾਂ ਈਡੀ ਨੇ ਰੇਡ ਕੀਤੀ ਠੀਕ ਹੈ ਵੀ ਕੋਈ ਡਾਊਟ ਨਹੀਂ ਵੀ ਕੇਂਦਰ ਈਡੀ ਨੂੰ ਵਰਤਦਾ ਹੈ ਕੋਈ ਡਾਊਟ ਨਹੀਂ ਹੈ। ਇਲੈਕਸ਼ਨ ਦੇ ਨੇੜੇ ਜਿਹੜੀ ਟਾਈਮਿੰਗ ਹੈ ਮੈਂ ਇਸ ਗੱਲ ਤੇ ਡੈਫੀਨਿਟਲੀ ਸਵਾਲ ਰੱਖਦਾ ਦੋਨੇ ਪਾਸੇ ਵੀ ਇੱਕ ਤਾਂ ਚੰਨੀ ਸਾਹਿਬ ਦੇ ਕਰੀਬੀਆਂ ਦੇ ਕੋਲੇ ਏਡਾ ਕੈਸ਼ ਬਰਾਮਦ ਹੋਣਾ ਇਹ ਬਹੁਤ ਵੱਡਾ ਸਵਾਲ ਹੈ। ਦੂਜੀ ਗੱਲ ਜਿਹੜੀ ਇਲੈਕਸ਼ਨ ਦੀ ਟਾਈਮਿੰਗ ਹੈ ਬੀਜੇਪੀ ਨੇ ਜਿਹੜਾ ਮਿਸਯੂਜ਼ ਕੀਤਾ ਕੇਂਦਰ ਦੀ ਸਰਕਾਰ ਨੇ ਈਡੀ ਨੂੰ ਉਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਦੋਨੇ ਪਾਸੇ ਇਹਨੂੰ ਦੋਨੇ ਤਰੀਕਿਆਂ ਨਾਲ ਦੇਖਣਾ ਜਾਣਾ ਚਾਹੀਦਾ। ਤੀਜੀ ਦੀ ਗੱਲ ਮੇਰੇ ਜਿਹੜੇ ਕਾਂਗਰਸ ਦੇ ਬੁਲਾਰੇ ਸਵੈਦ ਸਾਹਿਬ ਨੇ ਉਹ ਗੱਲ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਨੇ ਫਲਾਣਾ ਕੀਤਾ ਧਮਕਾਣਾ ਕੀਤਾ। ਸਰ ਅਸੀਂ ਤਾਂ ਲੋਕ ਪੱਖ ਗੱਲ ਕਰਦੇ ਹਾਂ ਅਸੀਂ ਮੁੱਦਿਆਂ ਦੀ ਗੱਲ ਕਰਦੇ ਹਾਂ ਅਸੀਂ ਹੈਲਥ ਐਜੂਕੇਸ਼ਨ ਇੰਪਲੋਇਮੈਂਟ ਦੀ ਗੱਲ ਕਰਦੇ ਹਾਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਹਾਂ ਸੈਕੂਲਰਿਜ਼ਮ ਦੀ ਗੱਲ ਕਰਦੇ ਹਾਂ। ਤੁਸੀਂ ਦੱਸੋ ਤੁਹਾਡਾ ਆਪਸ ਚ ਬਣ ਕੀ ਰਿਹਾ ਹੈ? ਸਿੱਧੂ ਸਾਹਿਬ ਕਹਿੰਦੇ ਆ ਮੈਂ ਲੜਾਂ ਚੰਨੀ ਸਾਹਿਬ ਕਹਿੰਦੇ ਆ ਮੇਰੇ ਤੋਂ ਵੱਡਾ ਹੁਣ ਕੋਈ ਲੀਡਰ ਹੈ ਨਹੀਂ। ਜਾਖੜ ਸਾਹਿਬ ਦਾ ਅੱਜ ਇਸ਼ੂ ਸਾਹਮਣੇ ਆ ਗਿਆ ਉੱਥੇ ਬਾਜਵਾ ਸਾਹਿਬ ਚੋਣ ਲੜ ਰਹੇ ਨੇ ਭੱਠੜ ਜੀ ਲੜ ਰਹੇ ਨੇ। ਤੁਸੀਂ ਚਿਹਰਾ ਮੂਹਰਾ ਡਿਸਾਈਡ ਕਰੋ। ਤੁਸੀਂ ਸਾਨੂੰ ਚੈਲੰਜਸ ਕਰ ਰਹੇ ਸੀ 1 ਸਾਲ ਤੋਂ ਤੁਸੀਂ ਪ੍ਰੋਪਰ ਪ੍ਰੋਪੇਗੈਂਡਾ ਸਾਡੇ ਖਿਲਾਫ ਕੀਤਾ ਸੀ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਕੌਣ ਹੈ ਕੇਜਰੀਵਾਲ ਆਪ ਬਣਨਾ ਚਾਹੁੰਦਾ ਇਸ ਤਾਂ ਡਿਕਲੇਅਰ ਕਰਤਾ ਤੁਸੀਂ ਆਓ ਇਸ ਗੱਲ ਨਾਲ ਸਾਹਮਣੇ ਤੁਸੀਂ ਹਿੰਮਤ ਚਲੋ ਠੀਕ ਹੈ ਕਿਉਂਕਿ ਤੁਸੀਂ ਫੇਲ ਹੋਏ ਹੋ। ਚੰਨੀ ਸਾਹਿਬ ਫੇਲ ਹੋਏ ਨੇ 111 ਦਿਨ ਦੇ ਸਿੱਧੂ ਸਾਹਿਬ ਐਜ਼ ਅ ਲੀਡਰ ਫੇਲ ਹੋਏ ਨੇ ਕੈਪਟਨ ਸਾਹਿਬ ਫੇਲ ਹੋਏ ਸੀ ਉਹਨਾਂ ਨੇ ਆਪਣਾ ਰਾਹ ਕਰਤਾ। ਕੈਪਟਨ ਸਾਹਿਬ ਨੇ ਪੰਜਾਬੀਆਂ ਦੀ ਪਿੱਠ ਛੁਰਾ ਮਾਰਿਆ ਭਾਜਪਾ ਨਾਲ ਸਮਝੌਤਾ ਕਰਕੇ ਜਿਸ ਭਾਜਪਾ ਨੇ ਅੱਜ ਤੱਕ 750 ਕਿਸਾਨਾਂ ਦੀ ਮੌਤ ਦੀ ਮਾਫੀ ਨਹੀਂ ਚਲੋ
ਉਹ ਪਰ ਕੈਪਟਨ ਪਰ ਸਾਹਿਬ ਦਾ ਪਰਮਵੀਰ ਜੀ ਇੱਕ ਪੱਖ ਇਹ ਵੀ ਹੈ ਪਰਮਵੀਰ ਜੀ। ਉਹ ਦਿੱਲੀ ਵਾਲੇ ਇਨਸੀਡੈਂਟਸ ਬਾਰੇ ਪੁੱਛ ਲਓ ਇਹਨੂੰ। ਪਰਮਵੀਰ ਜੀ ਇੱਕ ਚੀਜ਼ ਇਹ ਵੀ ਹੈਗੀ ਆ, ਕਈ ਕਾਂਗਰਸੀ ਤੁਸੀਂ ਵੀ ਸ਼ਾਮਲ ਕਰਾਏ ਨੇ, ਰਾਤੋਂ ਰਾਤ ਕਰਾਏ, ਟਿਕਟਾਂ ਵੀ ਦੇਤੀਆਂ। ਚਲੋ ਦੇਖੋ ਮੈਂ ਇੱਥੇ ਗਗਨ ਜੀ ਪਹਿਲਾਂ ਵੀ ਡਿਬੇਟ ਹੋਈ ਸੀ। ਮੈਂ ਹਮੇਸ਼ਾ ਗੱਲ ਕਰਨਾ ਵੀ ਮੈਂ ਕਿਸੇ ਵੀ ਲੀਡਰ ਦੇ ਆਣ ਜਾਣ ਤੇ ਨਾ ਸਵਾਲ ਨਹੀਂ ਚੱਕਦਾ। ਅਕਾਲੀ ਦਲ ਨੇ ਵੀ ਤੁਹਾਨੂੰ ਯਾਦ ਹੋਣਾ ਅਨਿਲ ਜੋਸ਼ੀ ਤੇ 25-30 ਇਕੱਠੇ ਬੀਜੇਪੀ ਦੇ ਸ਼ਾਮਲ ਕਰਾਏ ਸੀ, ਅਸੀਂ ਵੀ ਕਰਾਇਆ, ਕੋਈ ਡਾਊਟ ਨਹੀਂ। ਕਾਂਗਰਸ ਨੇ ਵੀ ਸਾਡੇ ਕੁਝ ਬੰਦੇ ਕਰਾਏ ਨੇ ਸ਼ਾਮਲ, ਅਕਾਲੀ ਦਲ ਦੇ ਬੰਦੇ ਕੁਝ ਕਾਂਗਰਸ ਦੇ ਲੋਕ। ਆਪ ਜਿਹੜੀ ਪੰਜਾਬ ਲੋਕ ਕਾਂਗਰਸ ਹੈ ਤਾਂ ਹਜੇ ਮੂੰਹ ਤੇ ਨਾਮ ਜਿਹਾ ਨਹੀਂ ਚੜਿਆ, ਤੇ ਇਹਨਾਂ ਕੋਲ ਵੀ ਬਹੁਤ ਲੋਕ ਜਾ ਰਹੇ ਨੇ, ਬੀਜੇਪੀ 'ਚ ਬਹੁਤ ਲੋਕ ਜਾਂਦੇ। ਤਾਂ ਜਦੋਂ ਇਲੈਕਸ਼ਨ ਹੁੰਦੀ ਆ, ਪੋਲੀਟੀਕਲ ਡਿਵੈਲਪਮੈਂਟ ਦਾ ਹਿੱਸਾ ਡੈਮੋਕ੍ਰੇਸੀ ਦਾ, ਕਿ ਆਗੂ ਆਉਂਦੇ ਨੇ ਜਾਂਦੇ ਨੇ, ਕੋਈ ਵੱਡੀ ਚਲੋ ਠੀਕ ਹੈ। ਤਾਂ ਮੈਨੂੰ ਇਹ ਠੀਕ ਹੈ ਧੰਨਵਾਦ। ਸਾਡੇ ਕੋਲ ਸਮਾਂ ਸਾਡੇ ਕੋਲ ਇੰਨਾ ਹੀ ਸੀ। ਸਵੈਜ ਸਾਹਿਬ ਤੁਹਾਡਾ ਵੀ ਧੰਨਵਾਦ, ਪਰਮਵੀਰ ਧੰਨਵਾਦ, ਬਲੀਵਾਲ ਜੀ ਧੰਨਵਾਦ ਤੁਹਾਡਾ ਵੀ, ਔਰ ਧਾਲੀਵਾਲ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਸਾਨੂੰ ਸਮਾਂ ਦੇਣ ਦੇ ਲਈ। ਆਸ ਉਮੀਦ ਕਰਦਾ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ। ਲਗਾਤਾਰ ਬਣੇ ਰਹੋ। ਧੰਨਵਾਦ।